ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਸਾਡੇ ਇਸ ਚੈਨਲ ਉੱਪਰ। ਅਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵੱਖ-ਵੱਖ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਪੁੱਛੇ ਜਾਂਦੇ ਪ੍ਰਸ਼ਨਾਂ ਦੇ ਹੱਲ ਕਰਨ ਵਾਸਤੇ ਅਸੀਂ ਪੰਜਾਬੀ ਵਿਆਕਰਨ ਦੀ ਇੱਕ ਲੜੀ ਸ਼ੁਰੂ ਕੀਤੀ ਹੋਈ ਹੈ। ਅਤੇ ਇਸੇ ਲੜੀ ਦੇ ਵਿੱਚ ਅਸੀਂ ਪਹਿਲਾਂ ਪੰਜਾਬੀ ਵਿਆਕਰਨ ਦਾ ਇਤਿਹਾਸ ਪੜ੍ਹਿਆ ਹੈ ਅਤੇ ਅੱਜ ਅਸੀਂ ਪੰਜਾਬੀ ਵਿਆਕਰਨ ਕੀ ਇਸ ਦੇ ਬਾਰੇ ਪੜ੍ਹਾਂਗੇ। ਤਾਂ ਜੇਕਰ ਦੋਸਤੋ ਤੁਸੀਂ ਵੀ ਕਿਸੇ ਅਜਿਹੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਵੋ। ਤਾਂ ਅਸੀਂ ਅੱਜ ਪੜ੍ਹਦੇ ਹਾਂ ਕਿ ਪੰਜਾਬੀ ਵਿਆਕਰਨ ਕੀ ਹੈ। ਕਿਸੇ ਭਾਸ਼ਾ ਜਾਂ ਬੋਲੀ ਨੂੰ ਸ਼ੁੱਧ ਰੂਪ ਵਿੱਚ ਲਿਖਣ ਜਾਂ ਬੋਲਣ ਲਈ ਜਿਨ੍ਹਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨੂੰ ਹੀ ਵਿਆਕਰਨ ਕਿਹਾ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਕਿਸੇ ਭਾਸ਼ਾ ਜਾਂ ਬੋਲੀ ਦੇ ਪਿੱਛੇ ਕਾਰਜਸ਼ੀਲ ਜਾਂ ਕੰਮ ਕਰਦੇ ਜਿਹੜੇ ਨਿਯਮ ਨੇ ਉਹੀ ਵਿਆਕਰਨ ਹੈ। ਭਾਵ ਵਿਆਕਰਨ ਭਾਸ਼ਾ ਦੇ ਪਿਛੋਕੜ ਵਿੱਚ ਕੰਮ ਕਰਦੇ ਨਿਯਮ ਹਨ। ਮਨੁੱਖ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਤੱਕ ਪਹੁੰਚਾਉਣ ਲਈ ਭਾਸ਼ਾ ਦੀ ਵਰਤੋਂ ਕਰਦਾ ਹੈ ਅਤੇ ਭਾਸ਼ਾ ਹੀ ਮਨੁੱਖੀ ਸੰਚਾਰ ਦਾ ਮਾਧਿਅਮ ਹੈ। ਭਾਸ਼ਾਈ ਸੰਚਾਰ ਵਿੱਚ ਵਿਭਿੰਨ ਤੱਤ ਕਾਰਜਸ਼ੀਲ ਹੁੰਦੇ ਨੇ ਅਤੇ ਇਹ ਸਾਰੇ ਤੱਤ ਇੱਕ ਖਾਸ ਕਿਸਮ ਦੇ ਸੰਬੰਧਾਂ ਵਿੱਚ ਬੱਝੇ ਹੋਏ ਹੁੰਦੇ ਹਨ। ਇਸ ਤਰ੍ਹਾਂ ਭਾਸ਼ਾ ਇੱਕ ਪ੍ਰਬੰਧ ਬਣ ਜਾਂਦੀ ਹੈ, ਇੱਕ ਸਿਸਟਮ ਬਣ ਜਾਂਦੀ ਹੈ ਅਤੇ ਇਸੇ ਪ੍ਰਬੰਧ ਦਾ ਆਧਾਰ ਹੀ ਕੁਝ ਨਿਯਮ ਹਨ ਜਿਨ੍ਹਾਂ ਨੂੰ ਅਸੀਂ ਵਿਆਕਰਨ ਕਹਿ ਦਿੰਦੇ ਹਾਂ। ਤਾਂ ਕਹਿਣ ਦਾ ਭਾਵ ਹੈ ਰਾਜੇ ਕਿ ਵਿਆਕਰਨ ਭਾਸ਼ਾ ਦੇ ਨਿਯਮ ਨੇ ਅਤੇ ਭਾਸ਼ਾ ਇੱਕ ਸਿਸਟਮ ਦੇ ਵਾਂਗੂ ਕੰਮ ਕਰਦੀ ਹੈ, ਇੱਕ ਪ੍ਰਬੰਧ ਆ ਅਤੇ ਇਸ ਪ੍ਰਬੰਧ ਜਾਂ ਸਿਸਟਮ ਨੂੰ ਚਲਾਉਣ ਦੇ ਲਈ ਹੀ ਜਿਹੜੇ ਨਿਯਮ ਬਣੇ ਨੇ ਉਹਨਾਂ ਨੂੰ ਹੀ ਅਸੀਂ ਵਿਆਕਰਨ ਆਖ ਦਿੰਦੇ ਹਾਂ। ਅੱਗੇ ਅਸੀਂ ਵਿਆਕਰਨ ਸ਼ਬਦ ਦੇ ਅਰਥਾਂ ਬਾਰੇ ਪੜ੍ਹਦੇ ਹਾਂ। ਸੰਸਕ੍ਰਿਤ ਭਾਸ਼ਾ ਦੇ ਸ਼ਬਦ ਵਿਆਕਰਨ ਦਾ ਅਰਥ ਹੈ ਵਿਸ਼ਲੇਸ਼ਣ। ਤਾਂ ਇਹਨਾਂ ਅਰਥਾਂ ਦੇ ਸੰਦਰਭ ਵਿੱਚ ਅਸੀਂ ਵਿਆਕਰਨ ਨੂੰ ਇਹ ਕਹਿ ਸਕਦੇ ਹਾਂ ਕਿ ਭਾਸ਼ਾ ਦਾ ਵਿਸ਼ਲੇਸ਼ਣ ਕਰਨ ਵਾਲੇ ਗਿਆਨ ਪ੍ਰਬੰਧ ਨੂੰ ਹੀ ਵਿਆਕਰਨ ਆਖਿਆ ਜਾਂਦਾ ਹੈ। ਤਾਂ ਵਿਸ਼ਲੇਸ਼ਣ ਸ਼ਬਦ ਤੋਂ ਅਸੀਂ ਅਰਥ ਸਮਝ ਲੈਂਦੇ ਕਿ ਇਹ ਭਾਸ਼ਾ ਦਾ ਵਿਸ਼ਲੇਸ਼ਣ ਕਰਦੀ ਹੈ। ਅੰਗਰੇਜ਼ੀ ਭਾਸ਼ਾ ਦੇ ਵਿੱਚ ਵਿਆਕਰਨ ਨੂੰ ਗ੍ਰਾਮਰ ਕਿਹਾ ਜਾਂਦਾ ਹੈ, ਜਿਸ ਦੀ ਵਿਉਂਤਪਤੀ ਲਾਤੀਨੀ ਗ੍ਰਾਮੈਟਿਕਾ ਤੋਂ ਹੋਈ ਹੈ ਅਤੇ ਇਹਦੇ ਅਰਥ ਵੀ ਟੂ ਰਾਈਟ ਬਣਦੇ ਨੇ, ਭਾਵ ਲਿਖਣਾ। ਅਤੇ ਅਸੀਂ ਕਹਿ ਸਕਦੇ ਹਾਂ ਕਿ ਵਿੱਦਿਆ ਭਾਸ਼ਾ ਦਾ ਠੀਕ ਸਰੂਪ ਦੱਸ ਕੇ ਉਸਦੇ ਠੀਕ ਬੋਲਣ, ਲਿਖਣ ਅਤੇ ਪੜ੍ਹਨ ਦਾ ਜਿਹੜਾ ਢੰਗ ਸਿਖਾਵੇ ਉਸੇ ਨੂੰ ਅਸੀਂ ਵਿਆਕਰਨ ਕਹਿ ਦਿੰਦੇ ਹਾਂ। ਲਿਖਤੀ ਅਤੇ ਬੋਲਚਾਲ ਦੀ ਭਾਸ਼ਾ ਦੀ ਸ਼ੁੱਧਤਾ ਨੂੰ ਨਿਰਧਾਰਤ ਕਰਨ ਵਾਲਾ ਗਿਆਨ ਪ੍ਰਬੰਧ ਵਿਆਕਰਨ ਹੈ। ਤਾਂ ਅੰਗਰੇਜ਼ੀ ਦੇ ਵਿੱਚੋਂ ਜੇ ਅਸੀਂ ਇਹਦੇ ਅਰਥ ਦੇਖੀਏ ਤਾਂ ਉਹ ਵੀ ਲਿਖਣਾ ਹੀ ਬਣਦੇ ਨੇ। ਕਹਿਣ ਦਾ ਭਾਵ ਹੈ ਕਿ ਭਾਸ਼ਾ ਦੇ ਠੀਕ ਰੂਪ ਵਿੱਚ ਬੋਲਣ, ਲਿਖਣ ਅਤੇ ਪੜ੍ਹਨ ਦਾ ਢੰਗ ਸਿਖਾਉਣ ਵਾਲੇ ਪ੍ਰਬੰਧ ਨੂੰ ਹੀ ਅਸੀਂ ਵਿਆਕਰਨ ਆਖ ਦਿੰਦੇ ਹਾਂ। ਤਾਂ ਨੈਕਸਟ ਭਾਸ਼ਾ ਪ੍ਰਬੰਧ ਦੀ ਨਿਯਮਾਵਲੀ ਨੂੰ ਵਿਆਕਰਨ ਕਿਹਾ ਜਾ ਸਕਦਾ ਹੈ। ਸਪਸ਼ਟ ਹੈ ਕਿ ਹਰ ਭਾਸ਼ਾ ਅਰਥਾਤ ਭਾਸ਼ਾ ਪ੍ਰਬੰਧ ਦੀ ਹੋਂਦ ਦਾ ਆਧਾਰ ਵਿਆਕਰਨ ਅਰਥਾਤ ਵਿਸ਼ੇਸ਼ ਨਿਯਮਾਵਲੀ ਹੀ ਹੈ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਹੈਗਾ ਕਿ ਹਰ ਇੱਕ ਭਾਸ਼ਾ ਜਾਂ ਭਾਸ਼ਾ ਪ੍ਰਬੰਧ ਕਿਸੇ ਨਾ ਕਿਸੇ ਨਿਯਮਾਂ ਦੇ ਉੱਤੇ ਹੀ ਕੰਮ ਕਰ ਰਿਹਾ ਹੁੰਦਾ ਹੈ। ਤਾਂ ਇੱਥੋਂ ਸਾਨੂੰ ਇਹ ਸੰਕੇਤ ਮਿਲਦਾ ਕਿ ਕੋਈ ਵੀ ਭਾਸ਼ਾ ਵਿਆਕਰਨਹੀਨ ਨਹੀਂ ਹੋ ਸਕਦੀ, ਭਾਵ ਹਰ ਭਾਸ਼ਾ ਦਾ ਵਿਆਕਰਨ ਹੁੰਦਾ ਹੈ। ਅਤੇ ਇਹ ਵੀ ਕਹਿਣਾ ਗਲਤ ਹੈ ਕਿ ਕੇਵਲ ਲਿਖਤੀ ਭਾਸ਼ਾ ਦਾ ਵਿਆਕਰਨ ਹੁੰਦਾ ਹੈ, ਬੋਲਚਾਲ ਦੀ ਭਾਸ਼ਾ ਅਰਥਾਤ ਉਚਰਿਤ ਭਾਸ਼ਾ ਦਾ ਨਹੀਂ। ਇਸ ਦੀ ਥਾਂ ਇਹ ਕਹਿਣਾ ਚਾਹੀਦਾ ਹੈ ਕਿ ਵਿਆਕਰਨ ਹੁੰਦਾ ਹੀ ਬੋਲਚਾਲ ਦੀ ਭਾਸ਼ਾ ਦਾ ਹੈ, ਕਿਉਂਕਿ ਭਾਸ਼ਾ ਬੋਲ ਪੱਧਰ ਦਾ ਸੰਚਾਰ ਮਾਧਿਅਮ ਹੀ ਹੈ ਅਤੇ ਭਾਸ਼ਾ ਦਾ ਲਿਖਤੀ ਸਰੂਪ ਬਹੁਤ ਸਮਾਂ ਪਿੱਛੋਂ ਦੀ ਕਾਢ ਹੈ। ਤਾਂ ਆਮ ਤੌਰ 'ਤੇ ਇਹ ਕਹਿ ਦਿੱਤਾ ਜਾਂਦਾ ਕਿ ਜਿਹੜਾ ਵਿਆਕਰਨ ਦਾ ਸੰਬੰਧ ਸਿਰਫ ਲਿਖਤੀ ਭਾਸ਼ਾ ਨਾਲ ਹੈ, ਬੋਲਚਾਲ ਦੀ ਭਾਸ਼ਾ ਨਾਲ ਨਹੀਂ, ਪਰੰਤੂ ਇਹ ਗਲਤ ਹੈ। ਬਲਕਿ ਅਜਿਹਾ ਵੀ ਦੇਖਣ 'ਚ ਆਇਆ ਹੈ ਕਿ ਸੰਸਾਰ ਦੀਆਂ ਜਿਹੜੀਆਂ ਭਾਸ਼ਾਵਾਂ ਦਾ ਕੋਈ ਵੀ ਲਿਖਤੀ ਸਰੂਪ ਨਹੀਂ ਹੈਗਾ ਅਜੇ ਤੱਕ, ਉਹਨਾਂ ਦੇ ਵਿੱਚ ਵੀ ਵਿਆਕਰਨ ਕੰਮ ਕਰ ਰਿਹਾ ਹੈ, ਉਹਨਾਂ ਦੇ ਵੀ ਕੋਈ ਖਾਸ ਨਿਯਮ ਨੇ। ਤਾਂ ਵਿਆਕਰਨ ਅਸਲ ਵਿੱਚ ਹੁੰਦਾ ਹੀ ਬੋਲਚਾਲ ਦੀ ਭਾਸ਼ਾ ਦਾ ਹੈ। ਸੰਸਾਰ ਦੀਆਂ ਕਈ ਕਬੀਲਾ ਭਾਸ਼ਾਵਾਂ ਜਿਨ੍ਹਾਂ ਨੂੰ ਅਜੇ ਤੱਕ ਲਿਖਤੀ ਰੂਪ ਨਹੀਂ ਪ੍ਰਾਪਤ ਹੋਇਆ, ਉਹਨਾਂ ਦਾ ਆਧਾਰ ਵੀ ਵਿਆਕਰਨ ਹੀ ਹੈ, ਭਾਵੇਂ ਉਹ ਲਿਖਤੀ ਰੂਪ ਵਿੱਚ ਪ੍ਰਾਪਤ ਨਹੀਂ ਹੁੰਦਾ। ਤਾਂ ਜਿਹੜੀਆਂ ਭਾਸ਼ਾਵਾਂ ਸਿਰਫ ਬੋਲਚਾਲ ਦੀ ਪੱਧਰ 'ਤੇ ਕੰਮ ਕਰਦੀਆਂ, ਉਹਨਾਂ ਦੇ ਪਿੱਛੇ ਵੀ ਕੁਝ ਨਿਯਮ ਕਾਰਜਸ਼ੀਲ ਹੁੰਦੇ ਨੇ, ਭਾਵੇਂ ਉਹ ਨਿਯਮ ਲਿਖਤੀ ਰੂਪ 'ਚ ਨਹੀਂ ਆਉਂਦੇ, ਪਰੰਤੂ ਫਿਰ ਵੀ ਉਹ ਆਪਣਾ ਕਾਰਜ ਕਰ ਰਹੇ ਹੁੰਦੇ ਨੇ। ਆਮ ਕਰਕੇ ਕਿਸੇ ਭਾਸ਼ਾ ਦਾ ਵਿਆਕਰਨ ਉਸ ਪੁਸਤਕ ਨੂੰ ਸਮਝ ਲਿਆ ਜਾਂਦਾ ਹੈ ਜਿਸ ਵਿੱਚ ਉਸ ਭਾਸ਼ਾ ਦੀ ਵਿਆਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੋਵੇ, ਪਰੰਤੂ ਵਿਆਕਰਨ ਕੋਈ ਪੁਸਤਕ ਨਹੀਂ। ਵਿਆਕਰਨ ਤਾਂ ਉਸ ਭਾਸ਼ਾ ਦੀ ਨਿਯਮਾਵਲੀ ਹੈ ਜੋ ਲਿਖਤੀ ਰੂਪ 'ਚ ਪ੍ਰਾਪਤ ਹੋਵੇ ਭਾਵੇਂ ਨਾ ਹੋਵੇ। ਕਹਿਣ ਦਾ ਭਾਵ ਹੈ ਕਿ ਅਸੀਂ ਇਹ ਸਮਝ ਲੈਂਦੇ ਆਮ ਤੌਰ 'ਤੇ ਕਿ ਜਿਹੜੀ ਵਿਆਕਰਨ ਦੀ ਕੋਈ ਪੁਸਤਕ ਹੁੰਦੀ ਹੈ ਉਹੀ ਵਿਆਕਰਨ ਹੁੰਦੀ ਹੈ, ਪਰੰਤੂ ਵਿਆਕਰਨ ਤਾਂ ਉਸ ਭਾਸ਼ਾ ਦੇ ਪਿੱਛੇ ਕੰਮ ਕਰ ਰਹੇ ਨਿਯਮਾਂ ਨੇ,
ਭਾਵੇਂ ਉਹਨਾਂ ਨੂੰ ਅਸੀਂ ਲਿਖਤੀ ਰੂਪ ਦਈਏ ਭਾਵੇਂ ਨਾ ਦਈਏ, ਤਾਂ ਵਿਆਕਰਨ ਨੂੰ ਕੋਈ ਪੁਸਤਕ ਵੀ ਅਸੀਂ ਨਹੀਂ ਸਮਝਣਾ। ਅਗਲਾ ਜਿਹੜਾ ਨੁਕਤਾ ਵਿਆਕਰਨ ਸੰਬੰਧੀ ਇਹ ਆ ਕਿ ਹਰ ਵਿਅਕਤੀ ਆਪਣੀ ਮਾਤ ਭਾਸ਼ਾ ਦੀ ਵਿਆਕਰਨ ਤੋਂ ਭਲੀ ਭਾਂਤ ਜਾਣੂ ਹੁੰਦਾ, ਭਾਵੇਂ ਉਸਨੇ ਸੁਚੇਤ ਰੂਪ ਵਿੱਚ ਉਸ ਭਾਸ਼ਾ ਦੀ ਵਿਆਕਰਨ ਦੀ ਸਿੱਖਿਆ ਲਈ ਹੋਵੇ ਜਾਂ ਨਾ। ਤਾਂ ਕਹਿਣ ਦਾ ਭਾਵ ਹੈ ਕਿ ਹਰ ਇੱਕ ਵਿਅਕਤੀ ਆਪਣੀ ਮਾਤ ਭਾਸ਼ਾ, ਕਹਿਣ ਦਾ ਭਾਵ ਹੈ ਜਿਹੜੀ ਭਾਸ਼ਾ ਨੂੰ ਬੋਲ ਰਿਹਾ, ਤਾਂ ਉਹਦੇ ਨਿਯਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੁੰਦਾ ਗਾ। ਭਾਵੇਂ ਉਹਨੇ ਕਿਸੇ ਸਕੂਲ ਦੇ ਵਿੱਚ ਜਾ ਕੇ ਵਿਆਕਰਨ ਪੜ੍ਹੀ ਹੋਵੇ, ਉਹ ਨਿਯਮ ਸਿੱਖੇ ਹੋਣ ਜਾਂ ਨਾ ਸਿੱਖੇ ਹੋਣ, ਭਾਵੇਂ ਉਹ ਪੜ੍ਹਿਆ ਲਿਖਿਆ ਭਾਵੇਂ ਅਨਪੜ੍ਹ, ਤਾਂ ਉਹ ਆਪਣੀ ਮਾਤ ਭਾਸ਼ਾ ਦੇ ਵਿਆਕਰਨ ਤੋਂ ਜਾਣੂ ਹੀ ਹੁੰਦਾ ਹੈ। ਇਸੇ ਲਈ ਹੀ ਉਹ ਠੀਕ ਸ਼ਬਦ ਜਾਂ ਠੀਕ ਵਾਕ ਭਾਸ਼ਾ ਦੇ ਬੋਲ ਲੈਂਦਾ ਹੈ। ਨੈਕਸਟ ਗੱਲ ਅਸੀਂ ਦੇਖਦੇ ਹਾਂ ਕਿ ਜਿਹੜੀ ਵਿਆਕਰਨ ਕਿੰਨਾ ਪੱਧਰਾਂ ਉੱਪਰ ਕਾਰਜਸ਼ੀਲ ਹੁੰਦੀ ਹੈ। ਭਾਸ਼ਾ ਦੀ ਬਣਤਰ ਦੇ ਜਿਹੜੇ ਮੁੱਖ 4 ਪੱਧਰ ਬਣਦੇ ਨੇ: ਧੁਨੀ, ਸ਼ਬਦ, ਵਾਕ ਤੇ ਅਰਥ। ਭਾਸ਼ਾ ਦੇ ਇਹਨਾਂ ਅੰਗਾਂ ਦਾ ਅਧਿਐਨ ਕਰਨ ਦੇ ਅਨੁਸਾਰ ਹੀ ਵਿਆਕਰਨ ਨੂੰ ਵੀ 4 ਭਾਗਾਂ ਦੇ ਵਿੱਚ ਹੀ ਵੰਡ ਲਿਆ ਜਾਂਦਾ। ਤਾਂ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਹੈਗਾ ਧੁਨੀਆਂ ਦਾ ਅਧਿਐਨ ਕਰਨ ਵਾਲੀ ਸ਼ਾਖਾ, ਜਿਹਨੂੰ ਅਸੀਂ ਧੁਨੀ ਬੋਧ ਕਹਿ ਦਿੰਦੇ ਹਾਂ। ਫਿਰ ਸ਼ਬਦਾਂ ਦਾ ਅਧਿਐਨ ਕਰਨ ਵਾਲੀ ਸ਼ਾਖਾ ਸ਼ਬਦ ਬੋਧ, ਵਾਕਾਂ ਦਾ ਅਧਿਐਨ ਵਾਕ ਬੋਧ, ਅਤੇ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦਾ ਅਧਿਐਨ ਕਰਨ ਦੇ ਲਈ ਆਪਣੇ ਕੋਲ ਅਰਥ ਬੋਧ ਆ। ਤਾਂ ਇਹਨਾਂ ਭਾਗਾਂ ਦੇ ਵਿੱਚੋਂ ਜਿਹੜਾ ਵਾਕਾਂ ਦਾ ਅਧਿਐਨ ਵਾਕ ਬੋਧ ਬਣਦਾ, ਇਸ ਨੂੰ ਕਈ ਵਾਰ ਵਿਆਕਰਨ ਦਾ ਹਿੱਸਾ ਨਹੀਂ ਵੀ ਬਣਾਇਆ ਜਾਂਦਾ। ਤਾਂ ਆਮ ਤੌਰ 'ਤੇ ਇਹ ਕਹਿ ਦਿੱਤਾ ਜਾਂਦਾ ਕਿ ਵਿਆਕਰਨ ਨੂੰ ਅਸੀਂ 4 'ਚ ਨਹੀਂ ਬਲਕਿ 3 ਭਾਗਾਂ ਦੇ ਵਿੱਚ ਹੀ ਵੰਡਣਾ: ਧੁਨੀ ਬੋਧ, ਸ਼ਬਦ ਬੋਧ ਅਤੇ ਅਰਥ ਬੋਧ। ਤਾਂ ਜੇਕਰ ਤੁਹਾਨੂੰ ਕੋਈ ਸਵਾਲ ਆਉਂਦਾ ਇਸ ਤਰ੍ਹਾਂ ਦਾ, ਤਾਂ ਉਹਦੇ ਵਿੱਚ ਤੁਸੀਂ ਵਿਆਕਰਨ ਦੇ ਸਿਰਫ 3 ਭਾਗ ਦੱਸਣੇ ਨੇ: ਧੁਨੀ, ਸ਼ਬਦ ਅਤੇ ਅਰਥ। ਵਾਕ ਬੋਧ ਵੈਸੇ ਅਸੀਂ ਇੱਥੇ ਕੰਸੀਡਰ ਕੀਤਾ ਕਿਉਂਕਿ ਵਾਕਾਂ ਦਾ ਅਧਿਐਨ ਵੀ ਭਾਸ਼ਾ ਦੇ ਵਿੱਚ ਸ਼ਾਮਲ ਹੈ, ਪਰੰਤੂ ਕਈ ਵਾਰ ਇਸ ਨੂੰ ਸ਼ਾਮਲ ਨਹੀਂ ਕੀਤਾ ਜਾਂਦਾ ਵਿਆਕਰਨ ਦੇ ਭਾਗਾਂ ਦੇ ਵਿੱਚ। ਤਾਂ ਤੁਸੀਂ ਜੇਕਰ ਤੁਹਾਨੂੰ ਕੋਈ ਸਵਾਲ ਆਉਂਦਾ ਇਸ ਨਾਲ ਸੰਬੰਧਿਤ, ਤਾਂ ਤੁਸੀਂ ਉੱਥੇ ਸਿਰਫ ਵਿਆਕਰਨ ਦੇ 3 ਭਾਗ ਦੱਸਣੇ ਨੇ। ਪਰੰਤੂ ਜੇ ਕਿਤੇ 3 ਭਾਗਾਂ ਵਾਲੀ ਆਪਸ਼ਨ ਨਹੀਂ ਹੈਗੀ, ਤਾਂ ਤੁਸੀਂ 4 ਭਾਗ ਵੀ ਉੱਥੇ ਸਿਲੈਕਟ ਕਰ ਸਕਦੇ ਹੋ। ਤਾਂ ਇਸ ਤੋਂ ਇਲਾਵਾ ਵਿਆਕਰਨ ਦੇ ਵਿੱਚ ਲਿਪੀ, ਵਿਸ਼ਰਾਮ ਚਿੰਨ੍ਹ ਅਤੇ ਸ਼ਬਦ ਜੋੜਾਂ ਸੰਬੰਧੀ ਵੀ ਚਰਚਾ ਕੀਤੀ ਜਾਂਦੀ ਹੈ। ਤਾਂ ਇੱਥੇ ਹੁਣ ਅਸੀਂ ਅੱਗੇ ਰਾਜੇ ਨੈਕਸਟ ਵੀਡੀਓਜ਼ ਦੇ ਵਿੱਚ ਇਹਨਾਂ ਭਾਗਾਂ ਦੇ ਬਾਰੇ ਹੀ ਚਰਚਾ ਕਰਨੀ ਹੈ। ਧੁਨੀ ਬੋਧ, ਸ਼ਬਦ ਬੋਧ, ਵਾਕ ਬੋਧ ਅਤੇ ਅਰਥ ਬੋਧ, ਇਹਨਾਂ 4 ਭਾਗਾਂ ਨੂੰ ਅਸੀਂ ਕਵਰ ਕਰਾਂਗੇ ਅਤੇ ਇਹਨਾਂ ਸੰਬੰਧੀ ਵਿਸਤ੍ਰਿਤ ਜਿਹੜਾ ਅਧਿਐਨ ਕੀਤਾ ਜਾਵੇਗਾ। ਜੇਕਰ ਤੁਸੀਂ ਵੀ ਇਹਨਾਂ ਸੰਬੰਧੀ ਪੂਰਨ ਗਿਆਨ ਹਾਸਲ ਕਰਨਾ ਚਾਹੁੰਦੇ ਹੋ, ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਦੇਵੋ। ਥੈਂਕ ਯੂ।